2-2 ਉਂਗਲਾਂ ਚੌੜੀਆਂ ਹੋਣ, ਠੀਕ ਹੈ, ਤੇ ਕਬੂਤਰ ਜੇ ਮੈਕਰ ਵਿੱਚੋਂ ਵੀ ਨਿਕਲ ਜਾਏਗਾ ਨਾ ਖਾਨੇ ਚੋਂ ਤੇ ਰੁੱਲ ਕੇ ਉੱਥੇ ਹੀ ਆਏਗਾ। ਇੰਨੀ ਕਬੂਤਰ ਦੀ ਅੰਦਰ ਵਾਪਸੀ ਹੋਏਗੀ। ਕਹਿੰਦੇ ਨੇ ਪਰਾਂ ਹੀ ਵਾਪਸੀ ਨਹੀਂ ਹੁੰਦੀ। ਪਤਾ ਲੱਗਦਾ ਅੱਲਾਹ ਪਾਕ ਨੇ ਬੜੇ ਰਾਜ਼ ਰੱਖੇ ਨੇ, ਅੱਖਾਂ 'ਚ ਵੀ, ਪਰਾਂ 'ਚ ਵੀ, ਪੰਜਿਆਂ 'ਚ ਵੀ, ਜਿਹਨੂੰ ਜਿੱਥੇ ਪਤਾ ਲੱਗ ਗਿਆ। ਮੈਂ ਜਿਹੜਾ ਆਪਣਾ ਪ੍ਰੈਕਟੀਕਲ ਕੀਤਾ, ਮੈਂ ਨੋਟ ਕੀਤਾ, ਤੇ ਬੜੇ ਤਜਰਬੇ ਹੋਏ ਨੇ ਸਾਡੇ ਨਾਲ। ਔਰ ਗੌਰ ਫਿਕਰ, ਜਿਨ੍ਹਾਂ ਦੀਆਂ ਕੰਨੀਆਂ ਵੱਡੀਆਂ ਚੌੜੀਆਂ ਹੋਣਗੀਆਂ, ਕਬੂਤਰਾਂ ਦੀ ਵਾਪਸੀ ਬਹੁਤ ਜ਼ਿਆਦਾ ਹੈ, ਬੱਚਾ ਨਹੀਂ ਸੁੱਟਦੇ, ਠੀਕ ਹੈ। ਫਿਰ ਉਹਨਾਂ ਚੋਂ ਪਰਾਂ ਦੀ ਕਰਵ ਕਟਿੰਗ ਜਿਹੜਾ ਕਬੂਤਰ ਕਰੇਗਾ ਉਹ ਬੱਚੇ ਉਡਾਏਗਾ ਹੀ ਉਡਾਏਗਾ। ਕਟਿੰਗ ਤੋਂ ਕੀ ਮੁਰਾਦ? ਯਾਨੀ ਕਿ ਖੰਜਰ ਨੁਮਾ ਹੋਣਗੀਆਂ, ਸਿੱਧੀਆਂ ਨਹੀਂ ਹੋਣਗੀਆਂ, ਸਿੱਧੇ ਪਰ ਨਹੀਂ ਹੋਣਗੇ, ਸਿੱਧੇ ਨਹੀਂ ਹੋਣਗੇ। ਬਗਲ ਤੋਂ ਉਹ ਬਾਹਰ ਵੱਲ ਨੂੰ ਲਿਫਣਗੇ, 10 ਪਾਰਾਂ ਇੰਚ ਬਾਹਰ ਨੂੰ ਜਾਣਗੇ, ਠੀਕ ਹੈ। ਪਹਿਲੀ ਕੰਨੀ ਵੱਡੀ ਹੋਏਗੀ ਬਗਲ ਨਾਲੋਂ, ਠੀਕ ਹੈ। ਅਗਰ ਤੁਸੀਂ ਨਰ ਮਾਦੀ ਪਹਿਲੀ ਕੰਨੀ ਵੱਡੀ ਲਾ ਦਿੱਤੀ ਹੈ ਤੇ ਬੱਚਾ 100% ਸਮਾਨ ਜਾਏਗਾ ਹੀ ਜਾਏਗਾ, ਜਾਏਗਾ ਹੀ ਜਾਏਗਾ। ਅੱਗੋਂ ਵਾਪਸੀ ਉਹ ਤੁਹਾਡੀ ਆਪਣੀ ਸਮਝ, ਜਿਹੜੀ ਮੈਂ ਦੱਸ ਦਿੱਤੀ ਹੈ। ਅਗਰ ਦੋਵਾਂ ਦੀ ਕੰਨੀ ਬਗਲ ਦੇ ਪਹਿਲੀ ਕੰਨੀ ਬਰਾਬਰ ਹੈ, ਉਹਦਾ ਬੱਚਾ ਕਈ ਉੱਡੇਗਾ, ਕਈ ਨਹੀਂ ਉੱਡੇਗਾ, ਇੱਕ ਉੱਡੇਗਾ, ਇੱਕ ਨਹੀਂ ਉੱਡੇਗਾ, ਜਾਂ ਦੋਵੇਂ ਉੱਡਣਗੇ ਜਾਂ ਦੋਵੇਂ ਨਹੀਂ ਉੱਡਣਗੇ, ਇਹ ਵੀ ਹੋ ਸਕਦਾ ਹੈ, ਠੀਕ ਹੈ। ਲੇਕਿਨ ਜਿਹਦੀ ਵੱਡੀ ਉਹਨੇ ਉਡਾਉਣਾ ਹੀ ਉਡਾਉਣਾ, ਉਹਦਾ ਜਾਏਗਾ ਸਮਾਨ ਜ਼ਰੂਰ, ਤੇ ਕਰਵ ਹੋਵੇਗੀ ਤੇ ਉਹ ਬੱਚੇ ਉੱਡਣਗੇ। ਤੇ 7ਵਾਂ ਪਰ ਤੇ ਉਹੀ ਖੰਜਰ ਨੁਮਾ, 10ਵੇਂ ਪਰ ਥੱਲੇ ਅੰਦਰ ਅੰਦਰ ਨੂੰ, ਬਹੁਤ ਅੱਛਾ ਕਬੂਤਰ। ਜਿਹੜਾ 10ਵਾਂ ਪਰ ਲਹਿਦਾ ਹੋ ਗਿਆ, ਬਾਹਰ ਨਿਕਲ ਗਿਆ, 9ਵੇਂ ਤੋਂ ਇੰਨਾ ਬਾਹਰ ਹੋ ਗਿਆ, ਜਿਵੇਂ ਫਾੜ ਕੇ ਖੋਲਨੇ ਤੇ ਐ ਥੱਲੇ ਲਿਫਦਾ ਹੁੰਦਾ ਹੈ, ਉਹ ਕਬੂਤਰ ਕਦੀ ਬੱਚਾ ਨਹੀਂ ਉਡਾਏਗਾ, ਵਾਕਈ ਨਾ ਆਪ ਉੱਡੇਗਾ, ਥਾਪਾ ਕਬੂਤਰ ਹੋਏਗਾ। ਭਾਵੇਂ ਕਿੱਡਾ ਮਰਜ਼ੀ ਉਹਦੇ ਜੋੜ ਚੰਗੇ ਨੇ, ਅੱਖ ਚੰਗੀ ਤੇ ਹੈ, ਪਰਾਂ ਦੇ ਉੱਤੋਂ ਪਤਾ ਲੱਗ ਜਾਂਦਾ, ਠੀਕ ਹੈ। ਇਹ ਬੜੀਆਂ ਚੀਜ਼ਾਂ ਨੇ। ਇਹਦੇ ਵਿੱਚ ਜਿਹੜੇ ਪਰਾਂ ਦੇ ਵਿੱਚ ਕੁਝ ਨੁਕੀਲੇ ਪਰ ਨੇ, ਕੁਝ ਗੋਲ ਪਰ ਨੇ, ਕੁਝ ਦਰਮਿਆਨੇ ਪਰ ਨੇ। ਜਿਹੜਾ ਜੇਠ ਵਾਲਾ ਪਰ ਹੈ ਨਾ, ਉਹ ਚੌੜਾ, ਉੱਤੋਂ ਜਾ ਕੇ ਮਾੜੀ ਜੀ ਨੋਕ, ਜ਼ਿਆਦਾ ਨਹੀਂ, ਮਾੜੀ ਜੀ ਥੱਲਿਓਂ ਖੰਜਰ ਨੁਮਾ ਜਾਏਗਾ, 2 ਉਂਗਲਾਂ ਜਿੰਨਾ ਚੌੜਾ ਹੋਏਗਾ, ਉੱਤੋਂ ਜਾ ਕੇ ਮਾੜੀ ਜੀ ਨੋਕ ਬਣਾਏਗਾ। ਜਿਹੜਾ ਆਪਣਾ ਹੋਏਗਾ ਨਾ ਹਵਾ ਵਾਲਾ ਤੇਜ਼ ਪਰਾ ਜਿਹਨੂੰ ਕਹਿੰਦੇ, ਉਹ ਸਲਾਈ ਪਰਾ ਕਬੂਤਰ ਹੋਏਗਾ, ਉਹ ਬਰੀਕ ਪਰ, ਉਹ ਥੱਲਿਓਂ ਹੀ ਬਰੀਕ ਚੱਲੇਗਾ, ਠੀਕ ਹੈ। ਤੇ ਜਿਹੜਾ ਗੋਲ ਪਰ ਨੇ, ਉਹ ਤੁਹਾਨੂੰ ਪਤਾ ਉਂਝ ਹੀ 1-2 ਵਜੇ ਵਾਲੇ ਹੁੰਦੇ ਨੇ। ਗੋਲ ਪਰ ਲੰਮੀ ਜਿਹੜੀ ਹਿੱਟ ਜਿਹਨੇ ਜਾਣਾ ਹੈ ਨਾ, ਉਹਦੇ ਉਹ ਪਰ ਜਿਹੜੇ ਨੈਣ ਤੋਂ ਜਾ ਕੇ ਨੋਕਾਂ ਬਣਾਉਣ। ਇਹਦੇ ਵਿੱਚ ਲੈਂਥ ਕਿੰਨੀ ਕੁ ਮੈਟਰ ਕਰਦੀ ਹੈ? ਲੈਂਥ ਜਿਹੜੀ ਐਣੀ ਨਹੀਂ, ਜਿਹੜੀਆਂ ਦੂਜੇ ਕਬੂਤਰਾਂ ਤੋਂ ਵੱਧ ਹੀ ਹੁੰਦੀ ਹੈ। ਜਿਹੜਾ ਜੇਠ ਵਾਲਾ ਕਬੂਤਰ ਹੈ ਨਾ, ਉਹਦਾ ਪੱਲਾ ਵੇਖੋਗੇ ਨਾ, ਤੇ ਬਾਕੀ ਆਮ ਕਬੂਤਰਾਂ ਨਾਲੋਂ ਉਹਦਾ 1.5 ਇੰਚ ਜਿਹੜਾ ਨਾ ਵੱਡਾ ਹੀ ਹੋਏਗਾ। ਬਾਹਰ ਦੀਆਂ 3 ਕੰਨੀਆਂ 1.5 ਇੰਚ ਵੱਡੀਆਂ ਹੋਣਗੀਆਂ, ਲੰਮੀਆਂ ਹੋਣਗੀਆਂ, ਔਰ ਉਹ ਦੁਮ ਤੱਕ ਜਾਣਗੀਆਂ, ਦੁਮ ਤੱਕ ਜਾਂਦੀਆਂ, ਦੁਮ ਤੋਂ ਥੋੜਾ ਥੱਲੇ, ਲੇਕਿਨ ਸਾਈਜ਼ ਡਿਪੈਂਡ ਕਰਦਾ ਹੈ, ਖੋਲ ਕੇ ਸਾਈਜ਼ ਮੈਟਰ ਕਰਦਾ। ਜਦੋਂ ਤੁਸੀਂ ਇੰਜ ਕਬੂਤਰ ਫੜੋਗੇ ਨਾ, ਭਾਵੇਂ ਦੁਮ ਫਿਰਦਾ ਤੁਰਦੇ ਜਾਂ ਦੁਮ ਦੇ ਬਰਾਬਰ ਹੈ ਨਾ, ਜਦੋਂ ਇੰਜ ਫੜੋਗੇ ਨਾ, ਉਹ ਕਬੂਤਰ ਆਟੋਮੈਟਿਕ ਇੰਨੀ ਘਟਾਏਗਾ ਦੁਮ ਤੋਂ ਆਪਣੀ ਲੈਂਥ। ਬੇਸ਼ੱਕ ਤਜਰਬਾ ਕਰ ਲੈਣਾ, ਫਰਕ ਪੈ ਜਾਂਦਾ। ਹੱਥ 'ਚ ਫੜਿਆ ਤੇ ਫਿਰਦੇ ਤੁਰਦੇ ਕਬੂਤਰ ਦਾ ਬੜਾ ਫਰਕ ਪੈ ਜਾਂਦਾ ਲੈਂਥ ਦੇ ਵਿੱਚ। ਹਾਂ, ਕਬੂਤਰ ਫਿਰਦਾ ਤੁਰਦਾ ਹੋਵੇ, ਫੱਟੀ ਦੇ ਉੱਤੇ ਥੱਲੇ ਚੁਗਦਾ ਨਾ ਹੋਵੇ, ਦਾਣਾ ਨਾ ਖਾਂਦਾ ਹੋਵੇ, ਪਿੱਛੋਂ ਇੰਜ ਪਰ ਬਣਾਉਂਦਾ ਹੋਵੇ, ਉਹ ਦੁਮ ਦਿਗਰ ਜਾਏਗਾ, ਇੰਜ ਪਰ ਕੈਂਚੀ ਕਰਦਾ ਹੋਵੇ, ਬੇਇੰਤਹਾ ਪ੍ਰਵਾਜ਼ੀ ਕਬੂਤਰ ਹੋਏਗਾ। ਖੁੱਡੇ ਦਾ ਐਂਡ ਵਾਲਾ ਕਬੂਤਰ ਬਹਿੰਦੇ ਹੋਣਗੇ, ਉੱਥੇ ਹੀ ਬਹਿੰਦਾ ਹੋਏਗਾ ਕੈਂਚੀ ਜਿਹੜੇ ਮਾਰਦੇ ਖਲੋਤੇ, ਸਿੱਧੇ ਖਲੋਤੇ, ਜਿਹੜੇ ਫੱਟੀਆਂ ਦੇ ਬੈਠੇ ਹੋਣ, ਜਿਵੇਂ ਸਿੱਧਾ ਕਹਿੰਦੇ ਆਕੜ ਕੇ ਖੜਾ ਹੈ। ਸ਼ੋਲਡਰ ਕਦੀ ਵੀ ਬਾਹਰ ਨਹੀਂ ਹੋਣੇ ਚਾਹੀਦੇ ਸਾਡੇ ਇੱਥੇ ਤੇ ਪਸੰਦ ਹੀ ਉਹ ਕਰਦੇ ਨਾ। ਕਬੂਤਰ ਜਿਹੜਾ ਲੰਮਾ ਉੜਦਾ ਹੈ ਨਾ, ਉਹ ਅੱਗੋਂ ਗੋਲ ਉੜਦਾ, ਸ਼ੋਲਡਰ ਨਾਲ ਲੱਗਾ ਜਿਸਮ ਦੇ, ਅੱਗੋਂ ਇਹ ਗੁਲਾਈ, ਜਿਵੇਂ ਬਤਖ ਦਾ ਜਿਸਮ ਨਹੀਂ ਹੁੰਦਾ, ਅੱਗੋਂ ਗੁਲਾਈ, ਇਸ ਜਿਸਮ ਦੇ ਉਹਦੇ ਇਹ ਚੈਸਟ ਮਸਲ ਜਿਹੜੇ ਨੇ ਨਾ, ਇਹ ਬਹੁਤ ਜ਼ਿਆਦਾ ਹੁੰਦੇ ਨੇ। ਜਿਹਦੇ ਚੈਸਟ ਮਸਲ ਜਿੰਨੇ ਜ਼ਿਆਦਾ ਨੇ ਨਾ, ਉਹ ਉਨਾ ਹੀ ਲੰਬੀ ਪ੍ਰਵਾਜ਼ ਦਾ ਮਾਲਕ ਹੋਏ। ਪਾਣੀ ਸਟੋਰ ਜ਼ਿਆਦਾ ਰੱਖਦਾ ਆਪਣੇ ਅੰਦਰ, ਪਾਣੀ ਉਹਦੇ ਮਸਲ ਹੈ ਨਾ, ਉਹਦੀ ਜ਼ਾਹਰੀ ਗੱਲ ਹੈ। ਇੱਕ ਜਿਹਦੀ ਛਾਤੀ ਇੰਨੀ ਕਿ ਉਹਨੇ ਜਲਦੀ ਡੀਹਾਈਡਰੇਟ ਹੋ ਜਾਣਾ ਹੈ, ਜਿਹਦੀ ਵੱਡੀ ਛਾਤੀ ਉਹਨੇ ਆਹਿਸਤਾ ਆਹਿਸਤਾ ਹੋਣਾ ਹੈ। ਮਸਲ ਤੇ ਡਿਪੈਂਡ ਕਰਦਾ ਸਾਰਾ। ਗਰਦਨ ਦੀ ਕੀ ਕਬੂਤਰਬਾਜ਼ੀ? ਗਰਦਨ ਨਰਮ ਹੋਣੀ ਚਾਹੀਦੀ, ਸਖਤ ਨਹੀਂ ਹੋਣੀ ਚਾਹੀਦੀ। ਸਿਰ ਦੀ ਕੀ? ਸਰ ਜਿਹੜਾ ਮੇਰਾ ਫੇਵਰਟ ਹੈ ਉਹ ਗੋਲ ਹੀ ਹੈ, ਠੀਕ ਹੈ, ਜਿਵੇਂ ਟੈਡੀ ਕਬੂਤਰਾਂ ਦੇ ਨੇ। ਉੱਤੋਂ ਮੱਥਾ ਚੁਕਵਾ, ਜਿਵੇਂ ਆਪਣਾ ਮੀਆਂ ਨਜ਼ੀਰ ਵਾਲੇ ਕਬੂਤਰਾਂ ਚ ਮੀਆਂ ਸਾਹਿਬ, ਚੋਈ ਸਾਹਿਬ ਵਾਲੇ ਕਬੂਤਰਾਂ ਚ ਬੜਾ ਕਾਮਨ ਨੇ। ਉਹ ਵਾਲੇ ਕਬੂਤਰ ਜ਼ਿਆਦਾ ਮੈਨੂੰ ਪਸੰਦ ਨੇ। ਉਹੀ ਤੇ ਸਿੱਧੇ ਮੂੰਹ ਵਾਲੇ ਵੀ ਬੜੇ ਬੜੇ ਲੰਮੇ ਉੜਦੇ ਨੇ। ਮੇਨ ਚੀਜ਼ ਜਿਹੜੀ ਵੇਖਣ ਵਾਲੀ ਹੈ ਨਾ, ਇਹ ਵਿਰਾਜ ਕਬੂਤਰ ਦੀ ਜਿੱਥੇ ਨੋਕ ਮੁੱਕਦੀ ਹੈ ਅੰਦਰ, ਵਿਰਾਜ ਤੇ ਅੱਖ ਦੇ ਦਰਮਿਆਨ ਫਾਸਲਾ,
ਅੱਛਾ, ਇਹ ਘੱਟ ਹੋਣਾ ਚਾਹੀਦਾ। ਇੱਕ ਕਮ ਸੇ ਕਮ ਕਿੰਨਾ ਤੁਸੀਂ ਸਿਆਲਕੋਟੀ ਕਬੂਤਰ ਵੇਖ ਲੋਗੇ ਇਹਨਾਂ ਨਾਲ ਇੰਚ ਅੱਧੀ ਪੌਣੀ ਇੰਚ ਫਾਸਲਾ ਹੋਏਗਾ, ਉਹਨਾਂ ਦਾ ਵਾਇਆ ਹੋਏਗਾ। ਜਿਹੜੇ ਟੈਡੀ ਜਾਂ ਕਸੂਰੀ ਕਬੂਤਰ ਉਹਨਾਂ ਜਿਹੜੇ ਅੱਛੇ ਕੁਆਲਿਟੀ ਦੇ ਕਬੂਤਰ ਨੇ ਉਹਨਾਂ ਦਾ ਫਾਸਲਾ ਅੱਧੀ ਸੂਤਰ ਹੋਏਗਾ, ਅੱਧੀ ਸੂਤਰ। ਅੱਖ ਤੇ ਵਿਰਾਜ ਦਾ ਇੰਨਾ ਫਰਕ। ਹਾਲਾਂਕਿ ਕਹਿੰਦੇ ਨਾ ਉੱਤੇ ਹੋਵੇਗੀ ਅੱਖ ਤੇ ਉਹ ਜ਼ਿਆਦਾ ਕਬੂਤਰ ਅੱਛਾ ਹੈ ਵਿਜ਼ੀਬਿਲਟੀ ਤੇ ਉਹਦੀ, ਲੇਕਿਨ ਇਹ ਜਿਹੜੀ ਚੀਜ਼ ਵੇਖਣ ਵਾਲੀ ਉਹ ਹੈ ਵੇ ਡਿਸਟੈਂਸ ਉਹਦਾ ਘੱਟ ਹੋਏਗਾ। ਉਹਨਾਂ ਯਾਨੀ ਅੱਖ ਤੇ ਵਿਰਾਜ ਦਾ ਡਿਸਟੈਂਸ ਘੱਟ ਹੋਏਗਾ। ਹਾਂ, ਨੱਕ ਜਿਹੜਾ ਹੈ ਭਾਵੇਂ ਬੁੱਢਾ ਕਬੂਤਰ ਹੋ ਜਾਏ ਕਦੀ ਨੱਕ ਮੋਟਾ ਨਾ ਕਰੇ, ਬਰੀਕ ਰੱਖੇ, ਨਸਲੀ ਕਬੂਤਰ ਦੀ ਤੇ ਨਿਸ਼ਾਨੀ। ਨਸੋੜੇ ਕਬੂਤਰ ਨਹੀਂ ਸੀ ਉੱਡਦੇ ਹੁੰਦੇ? ਉਹ ਨਸੋੜੇ ਉਹਨਾਂ ਦਾ ਨੱਕ ਤੋਂ ਨਾਂ ਨਹੀਂ ਸੀ ਪਿਆ, ਉਹਨਾਂ ਦੇ 16 ਪਰ ਹੁੰਦੇ ਹਨ ਦੁਮ ਦੇ ਵਿੱਚ। ਅੱਛਾ, ਉਹਨਾਂ ਨੂੰ ਤਾਂ ਹੀ ਨਸੋੜੇ ਕਹਿੰਦੇ ਸੀ, ਉਹਨਾਂ ਦੀ ਦੁਮਾਂ ਮੋਟੀਆਂ ਹੁੰਦੀਆਂ ਸੀ, ਗੰਢਾਂ ਭਾਰੀਆਂ ਹੁੰਦੀਆਂ। ਤੇ ਹੁਣ ਗੰਡਾ ਭਾਲੀਆਂ ਵਾਲੇ ਪਸੰਦ ਹੀ ਨਹੀਂ ਕਰਦੇ। ਗੰਢਾਂ ਭਾਰੀਆਂ ਵਾਲੇ ਕਈ ਨਹੀਂ ਪਸੰਦ ਕਰਦੇ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪਿੱਪਲਾਂ ਵਾਲੇ ਕਬੂਤਰਾਂ ਦੇ ਵਿੱਚ ਕਬੂਤਰਾਂ 'ਚ ਆਉਂਦੀਆਂ ਨੇ ਕਈਆਂ 'ਚ ਗੰਡਾ ਭਾਰੀਆਂ ਦੀ। ਅੱਛਾ, ਮੈਂ ਜਿਹੜੀ ਚੀਜ਼ ਨੋਟ ਕੀਤੀ ਨਾ, ਜਿਹੜੀ ਕਬੂਤਰ ਦੀ ਗੰਢ ਭਾਰੀ ਹੈ ਨਾ, ਇਹ 'ਚ ਚਰਬੀ ਜ਼ਿਆਦਾ ਹੁੰਦੀ ਹੈ, ਠੀਕ ਹੈ, ਫੈਟ ਇਹਦੇ 'ਚ ਜ਼ਿਆਦਾ ਕੁਦਰਤੀ ਹੁੰਦੀ ਹੈ। ਇਹ ਕਬੂਤਰ ਮੈਡੀਸਨ ਬੜੀ ਚੰਗੀ ਚੁੱਕਦਾ ਹੈ। ਅੱਛਾ, ਇਹਨੂੰ ਜਿੰਨਾ ਮਰਜ਼ੀ ਭਰ ਕੇ ਵੀ ਛੱਡੋਗੇ ਨਾ, ਇੰਨਾ ਨਾ ਕਰ ਦਿਓ ਕਿ ਉਲਟੇ ਜ਼ੁਲਮ ਹੀ ਕਰ ਦਿਓ, ਕਿ ਇੰਨਾ ਕੁ ਕਰ ਦਿਓ ਕਿ ਉਹ ਵਾਪਸ ਆਏਗਾ ਜ਼ਰੂਰ, ਤੇ ਲੰਮੀ ਹੇਠ ਕਰਕੇ ਆਏਗਾ ਜਿੰਦੀ ਗੰਢ ਭਾਰੀ। ਹਾਂ, ਤੇ ਜਿਹਦੀ ਗੰਢ ਬਰੀਕ ਹੈ ਉਹ ਸਾਂਭ ਤੇ ਉੱਡੇਗਾ। ਬਰੀਕ ਨੇ ਤੇ ਉਹ ਤੇ ਫਿਰ ਜ਼ਾਹਰੀ ਗੱਲ ਹੈ, ਤੁਹਾਡਾ ਹਲਕੀ ਫੁਲਕੀ ਚੀਜ਼ ਤੇ ਵੀ ਉੱਡ ਜਾਣਾ। ਤਿੱਖਾ ਕਬੂਤਰ ਉਹਨੂੰ ਤੇ ਇਹਦੇ 'ਚ ਤੇਜ਼ੀ ਤੇ ਸਲੋਪਨ ਆ ਜਾਂਦਾ। ਹਾਂ ਯਾਰ, ਇਹ ਬੰਦੇ ਦੇ ਹੱਥ, ਉਸਤਾਦਾਂ ਦੇ ਹੱਥ 'ਚ ਹੁੰਦੀ ਹੈ ਕਰਨਾ, ਤੇ ਅੱਲਾਹ ਪਾਕ ਨੇ ਅਕਲ ਦਿੱਤੀ ਹੈ, ਉਸਤਾਦਾਂ ਦੇ ਹੱਥ 'ਚ ਹੁੰਦੀ ਹੈ ਕਬੂਤਰ ਨੂੰ ਕਿਵੇਂ ਚਲਾਉਣਾ ਹੈ। ਹੁਣ 48 ਟੈਂਪਰੇਚਰ ਪਿਆ ਹੈ, ਠੀਕ ਹੈ, ਬਹਿਰੀਨ 'ਚ ਇੰਨੀ ਗਰਮੀ ਪਈ ਹੈ, ਕਬੂਤਰ ਉੱਥੇ ਫੈਸਲੇ 9 ਤੋਂ 10 11 ਵਜੇ ਤੱਕ ਹੋਏ ਨੇ। ਅਸੀਂ ਚੈਂਪੀਅਨ ਬਣਾਏ ਆ, ਅਸੀਂ ਕੋਈ ਸ਼ਾਮ ਕਬੂਤਰ ਨਹੀਂ ਬਿਠਾਏ, ਇੰਨੇ ਵਜੇ ਤੱਕ ਗਰਮੀ ਜ਼ਿਆਦਾ ਸੀ। ਲੇਕਿਨ ਕੀ ਉੱਥੇ ਉਸਤਾਦੀ ਕੀ ਸੀ, ਕਬੂਤਰ ਆ ਕੇ ਬਵੇ ਤੇ ਪਾਣੀ ਹਲਣਾ ਜਾਵੇ, ਆਏ ਵਾਹ ਵਾਹ, ਆ ਕੇ ਮੰਗੇ ਦਾਣਾ ਦੇ ਸਾਨੂੰ, ਇਹ ਉਸਤਾਦੀ। ਠੀਕ ਹੈ, ਇਹ ਤੁਹਾਡੇ ਬੰਦਿਆਂ ਦੇ ਹੱਥ ਦੇ ਵਿੱਚ ਹੈ ਕਿ ਤੁਸੀਂ ਕਬੂਤਰ ਨੂੰ ਕਿਵੇਂ ਚਲਾਉਣਾ ਹੈ, ਉਹਨੂੰ ਕਿੰਨਾ ਕੁ ਕਰਾਉਣਾ ਵੇ। ਤੇ ਭੌਂਕ ਫਿਰ ਗੱਲ ਸਾਰੀ ਆ ਜਾਂਦੀ ਮੁੱਕਦੀ ਮਿਹਨਤ। ਅਗਰ ਤੁਹਾਡੇ ਕੋਲ ਇੱਕ ਅੱਛਾ ਉਸਤਾਦ ਹੈ ਔਰ ਤੁਸੀਂ ਮਿਹਨਤ ਨਹੀਂ ਕਰਦੇ ਨਾ, ਤੇ ਤੁਹਾਨੂੰ ਫਾਇਦਾ ਕੋਈ ਨਹੀਂ, ਠੀਕ ਹੈ, ਤੇ ਐਂਡ ਤੇ ਤੂੰ ਨਸੀਬ ਹੈ। ਲੇਕਿਨ ਇੰਨਾ ਹੈ ਕਿ ਅਗਰ ਤੁਸੀਂ ਮਿਹਨਤ ਕੀਤੀ ਹੈ ਤੇ ਉਸਤਾਦ ਵੀ ਤੁਹਾਡੇ ਕੋਲ ਹੈ, ਫਿਰ ਤੁਸੀਂ ਐਡੀ ਜਲਦੀ ਮਾਰ ਖਾਂਦੇ ਨਹੀਂ। ਕਿਉਂਕਿ ਮੈਨੂੰ ਤੇ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਜਿੱਥੇ ਹੱਥ ਪਾਇਆ ਹੈ ਨਾ, ਅੱਲਾਹ ਨੇ ਅੱਗੇ ਬੰਦੇ ਮਿਹਨਤੀ ਹੋਣ, ਅੱਲਾਹ ਪਾਕ ਨੇ ਇੱਜ਼ਤ ਦਿੱਤੀ। ਅੱਛਾ, ਇਹ ਹੱਥ ਦੀ ਡਾਈ ਦਾ ਕੀ ਕਮਾਲ ਹੈ? ਅਕਸਰ ਦੇਖਿਆ ਕਿ 10 ਬੰਦੇ ਸ਼ੌਕ ਕਰ ਰਹੇ ਨੇ ਨਾ, ਹਾਂ, ਤੁਹਾਡੇ ਕੋਲ ਕਬੂਤਰ ਆ ਗਿਆ, ਤੁਸੀਂ ਐਂ ਫੜਦੇ ਨਾਲ ਹੀ ਕਿਹਾ ਯਾਰ ਇਹ ਬਹੁਤ ਚੰਗਾ, ਨਾ ਹੁੰਦਾ ਪਰ ਵੇਖਿਆ, ਨਾ ਹੁੰਦੀ ਅੱਖ ਵੇਖੀ। ਮੈਂ ਆਪ ਇੰਜ ਕਈ ਦਫਾ ਹੋਇਆ ਮੇਰੇ ਨਾਲ। ਆਹੋ, ਤੇ ਤੁਹਾਡੀ ਗੱਲ ਹੀ ਕਰ ਰਹੇ ਆ, ਤੇ ਕੀ ਉਹ ਫਨਕਾਰੀ ਕੀ ਕਲਾਕਾਰੀ ਹੈਗੀ? ਕਬੂਤਰ ਮੈਂ ਨਾ ਨਿੱਕਿਆ ਹੁੰਦਿਆਂ ਤੋਂ, ਮੇਰੀ ਏਜ ਸੀ 18 ਸਾਲ ਜਦੋਂ ਮੈਂ ਸਹੀ ਪ੍ਰਾਪਰ ਕੀਤੀ। ਅੱਜ 45 ਹੈ, ਤਕਰੀਬਨ ਮੈਨੂੰ 27 ਸਾਲ ਹੋ ਗਏ ਨੇ। ਹਾਂ, ਜੇਠ ਦੀ ਅੱਗ ਗਰਮੀ ਪੈਂਦੀ ਹੁੰਦੀ ਸੀ ਨਾ, ਤੇ ਮੈਂ ਵਾਲਦ ਸਾਹਿਬ ਦੇ ਜਿਹੜੇ ਕਬੂਤਰ ਹੁੰਦੇ ਸੀ ਨਾ ਜੋੜੇ, ਜਿਹੜੇ ਉਹਨਾਂ ਨੇ ਜੋੜਿਆਂ ਹੀ ਪਾਏ ਹੁੰਦੇ, ਮੈਂ ਉਹਨਾਂ ਦੇ ਖੁੱਡੇ ਬਾਰ-ਬਾਰ ਫੜ ਕੇ ਵੇਖਣਾ, ਕਦੀ ਉਸ ਨੂੰ ਖਾਨੇ ਚੋਂ ਕੱਢ ਕੇ ਬਾਹਰ ਛੱਡ ਕੇ ਥਾਪਾਂ ਮਰਵਾਉਣੀਆਂ, ਖੁਸ਼ ਹੋਣਾ, ਫਿਰ ਉਹਨੂੰ ਫੜ ਕੇ ਦੇ ਅੰਦਰ ਕਰ ਫੜ ਕੇ ਨਾ ਚੰਗਾ ਕਬੂਤਰ, ਬੰਦੇ ਨੂੰ ਤਜਰਬਾ ਹੁੰਦਾ। ਇੱਕ ਹੀਰਾ ਹੈ ਨਾ, ਤੇ ਉਹਨੂੰ ਉਹਦੇ ਡੁਪਲੀਕੇਟ 5 ਹੀਰੇ ਨਾਲ ਰੱਖ ਕੇ ਤੁਸੀਂ ਉਹਨੂੰ ਆਪਣਾ 8-10 ਦਿਨ ਹੱਥ 'ਚ ਘੁਮਾਓ ਨਾ, ਤੇ ਬਾਅਦ 'ਚ ਤੁਹਾਡੇ ਅੱਖਾਂ ਦੇ ਪੱਟੀ ਬੰਨ੍ਹਦੇ ਹੋ ਨਾ, ਤੇ ਤੁਹਾਨੂੰ ਕਹੋ ਨਾ ਇਹਨੇ 'ਚੋਂ ਹੀਰਾ ਕੱਢਦੇ, ਤੁਸੀਂ ਕੱਢ ਲਓਗੇ। ਤੁਹਾਨੂੰ ਅੰਦਾਜ਼ਾ ਹੱਥ ਦਾ ਹੋ ਜਾਂਦਾ। ਇੰਝ ਚੰਗੇ ਕਬੂਤਰ ਆ ਕੇ ਨਾ ਹੱਥ ਵਿੱਚ, ਬਸ਼ਰਤੇ ਤੁਸੀਂ ਚੰਗੇ ਕਬੂਤਰ ਵੇਖੇ ਹੋਣ। ਹੁਣ ਮੈਨੂੰ ਇਹ ਐਡਵਾਂਟੇਜ ਸੀ, ਮੇਰੇ ਵਾਲਦ ਸਾਹਿਬ ਨੇ 30-35 ਸਾਲ ਜੇਠ ਕਬੂਤਰਬਾਜ਼ੀ ਕੀਤੀ, ਔਰ ਤਗੜੇ ਉਸਤਾਦਾਂ ਨਾਲ ਕੀਤੀ, ਔਰ ਤਗੜੀ ਕੀਤੀ ਹੈ ਕਬੂਤਰਬਾਜ਼ੀ, ਠੀਕ ਹੈ। ਹਾਰ ਜਿੱਤ ਬਹੁਤ ਜ਼ਿਆਦਾ ਜਿੱਤੇ ਨੇ, ਐਵੇਂ ਹੁਣ ਆਪਣੇ ਮੂੰਹ ਮਿੱਠੂ ਕਹਿੰਦੇ ਕਿਹੜਾ ਉਸਤਾਦ ਜਿਹਨੂੰ ਨਹੀਂ ਜਿੱਤੇ, ਠੀਕ ਹੈ। ਤੇ ਗੱਲ ਕਰਨ ਦਾ ਮਕਸਦ ਇਹ ਵੀ ਅੱਛਾ ਕਬੂਤਰ ਜਦੋਂ ਬੰਦੇ ਤੇ ਆਪ ਵੇਖਿਆ ਹੋਵੇ ਨਾ, ਉਹਨੂੰ ਫਿਰ ਬੜੀ ਜਲਦੀ ਪਿਕ ਕਰ ਜਾਂਦਾ। ਪ੍ਰੇਲ ਕਬੂਤਰ ਹੁੰਦੇ ਨੇ, ਪਤਾ ਲੱਗ ਜਾਂਦਾ ਹੱਥ 'ਚ ਆਏ, ਉਹ ਹੱਥ 'ਚ ਆਏ ਨਾ ਭੁੜਕਦੇ ਵੀ ਨਹੀਂ ਨੇ, ਸੀਲ ਵੀ ਹੁੰਦੇ ਨੇ, ਪ੍ਰੇਲ ਵੀ ਹੁੰਦੇ ਨੇ, ਲਾਈਟ ਵੇਟ ਵੀ ਹੁੰਦੇ ਨੇ, ਯਾਨੀ ਤੁਹਾਨੂੰ ਫੀਲਿੰਗਸ ਆ ਜਾਂਦੀਆਂ ਨੇ ਕਿ ਬਈ ਵਾਕਈ ਹੈ ਕਬੂਤਰ ਹੈ ਜਿਹੜਾ ਹੁਣ ਆਇਆ ਵੇ ਨਾ। ਇਸ ਤੋਂ ਬਾਅਦ ਹੁਣ ਕੋਈ ਕਬੂਤਰ ਜਿੱਡਾ ਮਰਜ਼ੀ ਵਿਖਾਉਣ, ਉਹ ਨਹੀਂ ਚੰਗਾ ਹੋਣਾ। ਅੱਛਾ, ਨਲੀ ਦੇ ਵਿੱਚ ਵਾਪਸੀ ਇਹ ਤਿੱਖਾਪਨ ਨੇ, ਸਲੋਪਨ ਨੇ, ਕੀ ਇਹ ਪ੍ਰਵਾਜ਼ ਹੈ ਨਲੀ ਕਬੂਤਰ ਦੀ ਜਿਹੜੀ ਪੈਰ ਹੈ? ਹਾਂ, ਲੱਤ ਦੇ ਵਿੱਚ ਕਬੂਤਰ ਦੀ ਸਿਰਫ ਉਹਦਾ ਸਟਰਕਚਰ ਜ਼ਾਹਿਰ ਕਰਦੀ ਹੈ।
ਅਗਰ ਤੇ ਲੱਤ ਦੇ ਵਿੱਚ ਖੰਮ ਹੈ ਤੇ ਕਬੂਤਰ ਅੱਗੋਂ ਬੈਠਵਾ ਹੋ ਜਾਂਦਾ ਹੈ। ਖੰਮ